मैं हर एक गल बार-बार क्यों बोलदा, मैनूं पता है भी तुसीं सोचदे होवोगे भी सर रोज़ ही टेस्टिंग दी गल लैके बैठदे, बट मैं भी मेरा जिन्ना 2-3 साल दा एक्सपीरियंस है मैं उसे तो ही बोल रिहा, विदाउट टेस्ट यू आर ज़ीरो, बिल्कुल ही ज़ीरो। चाहे तुहानूं आउंदा है तुसीं तां भी ज़ीरो है, जे तुसीं नहीं आउंदा तां भी ज़ीरो है। क्यों? क्योंकि तुहानूं लगदा भी आउंदा है, बट जदों लिखोगे उदों उन्नी आउटपुट नहीं आएगी जिन्नी आउणी चाहीदी है। ਤਾਂ ਮੈਨੂੰ ਸਮਝ ਨਹੀਂ ਆ ਰਿਹਾ ਵੀ ਤੁਹਾਨੂੰ ਕਿਉਂ ਨਹੀਂ ਇਹ ਗੱਲ ਸਮਝ ਲੱਗਦੀ ਕਿ ਟੈਸਟ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਤੇ ਟੈਸਟ ਤੁਹਾਨੂੰ ਦੇਣੇ ਹੀ ਪੈਣਗੇ। ਮੈਨੂੰ ਇਹ ਵੀ ਪਤਾ ਦੇਖੋ ਵੀ ਤੁਹਾਡੇ ਵਿੱਚੋਂ ਕਈ ਸਟੂਡੈਂਟ ਨੇ ਜਿਹੜੇ ਮਤਲਬ ਇੱਕ ਟੈਸਟ ਜਿਵੇਂ ਮੈਂ ਪੂਰਾ 4 ਚੈਪਟਰ ਦਾ ਟੈਸਟ ਦੱਸਿਆ ਨਾ, ਉਹਦੇ ਵਿੱਚ ਬਹੁਤ ਸਾਰੇ ਸਟੂਡੈਂਟ ਇਹੋ ਜਿਹੇ ਨੇ ਜਿਹੜੇ 4 ਚੈਪਟਰ ਦਾ ਕੰਪਲੀਟ ਟੈਸਟ ਤਿਆਰ ਕਰ ਨਹੀਂ ਸਕਦੇ ਹੈਗੇ। ਮੈਨੂੰ ਪਤਾ ਹੈ, ਮੈਂ ਤਾਂ ਹੀ ਮਤਲਬ ਯਾਨੀ ਕਿ ਸੋਚਿਆ ਉਹਨਾਂ ਵਾਸਤੇ ਕਿ ਉਹ ਕੀ ਹੈ ਕੁਝ ਪੋਰਸ਼ਨ ਕੀ ਹੈ ਤਿਆਰ ਕਰਕੇ ਡੇਲੀ ਬੇਸਿਸ ਤੇ ਮੈਨੂੰ ਭੇਜਣ ਤਾਂ ਕਿ ਉਹਨਾਂ ਦੀ ਉਦੋਂ ਤੱਕ ਤਿਆਰੀ ਹੋ ਜੇ। ਬਟ ਤੁਹਾਨੂੰ ਫਿਰ ਵੀ ਮੈਨੂੰ ਸਮਝ ਨਹੀਂ ਆਉਂਦਾ ਵੀ ਮੈਨੂੰ ਲੱਗਦਾ ਵੀ ਯਾਨੀ ਕਿ ਕਈ ਬੱਚੇ ਹੈਗੇ ਨੇ ਬਟ ਬੱਚਿਆਂ ਨੂੰ ਨਹੀਂ ਲੱਗਦਾ ਜਾਂ ਮਤਲਬ ਉਹ ਕਰਨਾ ਨਹੀਂ ਚਾਹੁੰਦੇ, ਮੇਰੀ ਸਮਝ ਤੋਂ ਬਾਹਰ ਹੈ ਤੇ ਬਾਅਦ ਦੇ ਵਿੱਚ ਮੈਨੂੰ ਇਸ ਲਈ ਬਲੇਮ ਨਾ ਕਰੋ। ਮੈਂ ਹਮੇਸ਼ਾ ਇਹ ਗੱਲ ਕਹਿਣਾ ਤੁਸੀਂ ਸਿੱਖੋਗੇ ਤਾਂ ਜੇ ਆਪਦਾ ਪੈਨ ਆਪਦੀ ਕਾਪੀ ਨੂੰ ਯੂਜ਼ ਕਰੋਗੇ, ਅਦਰਵਾਈਜ਼ ਤੁਸੀਂ ਸਿਰਫ ਔਰ ਸਿਰਫ ਕੱਲੇ ਲੈਕਚਰ ਹੀ ਸੁਣੋਗੇ, ਉਹ ਵੀ ਕੋਈ ਸੁਣ ਰਿਹਾ ਹੋਊਗਾ ਕੋਈ ਧਿਆਨ ਨਾਲ, ਕੋਈ ਨਹੀਂ ਵੀ ਸੁਣ ਰਿਹਾ। ਇਹ ਤੁਹਾਡੀ ਗਲਤੀ ਹੈ ਜੀ, ਫਿਰ ਮੇਰੀ ਗਲਤੀ ਨਹੀਂ ਹੋਊਗੀ। ਠੀਕ ਹੈ ਵੀ ਦੇਖੋ ਅਗਰ ਅਸੀਂ ਗਾਈਡ ਦੀ ਗੱਲ ਨਹੀਂ ਮੰਨਦੇ ਹਨਾ ਵੀ ਸਾਨੂੰ ਦੇਖੋ ਮੇਰੀ ਡਿਊਟੀ ਲੱਗੀ ਹੋਈ ਹੈ ਤੁਹਾਨੂੰ ਗਾਈਡ ਕਰਨਾ ਹਨਾ, ਤੇ ਮੈਂ ਵੀ ਕਿਹਾ ਮੇਰੇ ਵੀ ਗਾਈਡ ਹੈਗੇ ਨੇ ਪ੍ਰਿੰਸੀਪਲ ਤੋਂ ਮੈਂ ਕੁਛ ਨਾ ਕੁਛ ਗਾਈਡੈਂਸ ਲੈਣਾ ਰਹਿੰਦਾ ਹਨਾ, ਜਾਂ ਮੇਰੇ ਨਾਲ ਦੇ ਟੀਚਰਸ ਨੇ ਉਹਨਾਂ ਤੋਂ ਮੈਂ ਕੁਛ ਨਾ ਕੁਛ ਗਾਈਡੈਂਸ ਲੈਣਾ ਰਹਿੰਦਾ। ਜੇ ਮੈਂ ਉਹਨਾਂ ਦੀ ਗਾਈਡੈਂਸ ਮੰਨੂਗਾ ਨਹੀਂ ਫਿਰ ਮੈਨੂੰ ਉਹਦਾ ਬੈਨੀਫਿਟ ਕੀ ਹੋਊਗਾ? ਜ਼ੀਰੋ, ਕੋਈ ਵੀ ਬੈਨੀਫਿਟ ਨਹੀਂ ਹੈਗਾ। ਤਾਂ 4 ਸਤੰਬਰ ਸੌਰੀ 1 ਸਤੰਬਰ ਨੂੰ ਜਿਹੜਾ ਮੈਂ ਟੈਸਟ ਰੱਖਿਆ ਹੋਇਆ ਹੈ ਉਹ ਟੈਸਟ ਦੇ ਵਿੱਚ ਮੈਂ ਤੁਹਾਨੂੰ ਦਿਖਾ ਦੂੰਗਾ ਵੀ ਕਿਹੜੇ ਸਟੂਡੈਂਟ ਦੇ ਕਿੰਨੇ ਨੰਬਰ ਨੇ। ਮੈਂ ਸਪੈਸ਼ਲੀ ਕੀ ਹੈ ਪ੍ਰਿੰਟਰ ਦੇ ਵਿੱਚੋਂ ਪ੍ਰਿੰਟ ਕੱਢ ਕੇ ਟੈਸਟ ਉਹ ਚੈੱਕ ਕਰੂੰਗਾ, ਲੋਕਲ ਸਟੂਡੈਂਟਸ ਦੇ ਘਰੇ ਮੰਗਾਊਂਗਾ। ਠੀਕ ਹੈ, ਅੱਛਾ ਮੈਨੂੰ ਈਵਨ ਕਿ ਇਹ ਵੀ ਪਤਾ ਲੱਗ ਜਾਊਗਾ ਵੀ ਕਿਹੜੇ ਸਟੂਡੈਂਟਸ ਇਹੋ ਜਿਹੇ ਨੇ ਜਿਨ੍ਹਾਂ ਨੇ ਨਕਲ ਮਾਰ ਕੇ ਟੈਸਟ ਕੀਤਾ ਹੈ, ਕਿਹੜੇ ਸਟੂਡੈਂਟਸ ਨੇ ਜਿਨ੍ਹਾਂ ਨੇ ਇਹ ਆਪਣਾ ਕੀਤਾ, ਕਿਉਂਕਿ ਕੁਐਸਚਨ ਦਾ ਮੈਨੂੰ ਕੁਐਸਚਨਸ ਪਤਾ ਵੀ ਕਿਹੋ ਜਿਹੇ ਕੁਐਸਚਨ ਪਾਉਣੇ ਆ ਤੇ ਮੈਨੂੰ ਉਹਨਾਂ ਦੇ ਆਨਸਰ ਵੀ ਤਕਰੀਬਨ ਇੱਕ ਟੀਚਰ ਨੂੰ ਅੰਦਾਜ਼ਾ ਹੁੰਦਾ ਹੈ ਵੀ ਇਹ ਇੱਕ ਅਜਿਹਾ ਆਨਸਰ ਹੈ ਜਿਹਦਾ ਇਹ ਬੱਚਾ ਆਨਸਰ ਲਿਖ ਸਕਦਾ ਜਾਂ ਨਹੀਂ ਲਿਖ ਸਕਦਾ। ਤਾਂ ਤੁਸੀਂ ਆਪਣੇ ਆਪ ਨੂੰ ਕਿਸੇ ਵੀ ਭੁਲੇਖੇ ਵਿੱਚ ਨਾ ਰੱਖੋ, ਇਹ ਮੇਰੀ ਰਿਕੁਐਸਟ ਹੈ ਕਿਉਂਕਿ ਮਾਹੌਲ ਨਹੀਂ ਹੈਗਾ। ਮਾਹੌਲ ਸਿਰਫ ਇਹ ਹੈ ਵੀ ਪੜ੍ਹੋ ਤੇ ਕੁਛ ਨਾ ਕੁਛ ਜੇ ਅਸੀਂ ਆਪਣੀ +2 ਕਲੀਅਰ ਕਰਕੇ ਤੁਸੀਂ ਫਰਦਰ ਆਪਣਾ ਕੁਝ ਸੋਚ ਸਕਦੇ ਹੋ ਹਨਾ, ਕਿਸੇ ਨੇ ਫੋਰਨ ਜਾਣਾ ਹੈ ਜਾਂ ਕਿਸੇ ਨੇ ਕੁਛ ਵੀ ਕਰਨਾ ਹੈ ਤਾਂ ਤੁਹਾਡੇ ਕੋਲ ਉਹ ਚਾਂਸ ਹੈ, ਉਸ ਚਾਂਸ ਨੂੰ ਤੁਸੀਂ ਨਾ ਆਪਣੇ ਚਾਂਸ ਨੂੰ ਖਰਾਬ ਨਾ ਕਰੋ। ਲਾਸਟ ਟਾਈਮ ਅਸੀਂ ਆਰ ਸਰਕਟ, ਐਲ ਸਰਕਟ ਤੇ ਸੀ ਸਰਕਟ ਪੜ੍ਹ ਲਿਆ ਸੀਗਾ, ਉਹਦੀ ਫੇਜ਼ਰ ਡਾਇਗਰਾਮ ਪੜ੍ਹ ਲਿਆ ਸੀਗੀਆਂ ਤੇ ਉਹਦੇ ਅਸੀਂ ਗ੍ਰਾਫਿਕਲ ਰਿਪਰੈਜ਼ੈਂਟੇਸ਼ਨਸ ਪੜ੍ਹ ਲਿਆ ਸੀ। ਨੈਕਸਟ ਜਿਹੜਾ ਅਸੀਂ ਅੱਜ ਕੁਐਸਚਨ ਕਰਨ ਜਾ ਰਹੇ ਹਾਂ ਜੀ ਉਹ ਹੈਗਾ ਜੀ ਡਰਾਈਵ an expression of energy stored in inductor। ਇਹ ਵਾਲਾ ਜਿਹੜਾ ਟੌਪਿਕ ਹੈ ਤੁਹਾਨੂੰ ਇਹ ਜਿਹੜਾ ਸੈਲਫ ਇੰਡਕਸ਼ਨ ਵਾਲਾ ਟੌਪਿਕ ਕੀਤਾ ਸੀ ਨਾ ਉਹਦੇ ਵਿੱਚ ਮਿਲੂਗਾ, ਪਰ ਮੈਂ ਇਹਨੂੰ ਜਦੋਂ ਅਸੀਂ ਅਲਟਰਨੇਟਿੰਗ ਕਰੰਟ ਕਰਵਾਉਣੇ ਮੈਂ ਉਦੋਂ ਇਹਨੂੰ ਕਰਵਾਉਣਾਗਾ। ਠੀਕ ਹੈ, ਇੰਡਕਟਰ ਡਰਾਈਵ ਐਨ ਐਕਸਪ੍ਰੈਸ਼ਨ ਆਫ એનર્ਜੀ ਸਟੋਰਡ ਇਨ ਇੰਡਕਟਰ। ਤਾਂ ਦੇਖੋ ਹੁਣ ਤੱਕ ਅਸੀਂ ਇੱਕ ਕਪੈਸਿਟਰ ਪੜ੍ਹਿਆ ਸੀਗਾ ਕਿ ਕਪੈਸਿਟਰ ਹੈ ਜਿਹੜਾ ਇੱਕ ਅਜਿਹੀ ਡਿਵਾਈਸ ਹੈ ਜੋ ਇਲੈਕਟ੍ਰੀਕਲ એનર્ਜੀ ਸਟੋਰ ਕਰਦੀ ਹੈ ਇਨ ਦਾ ਫਾਰਮ ਆਫ ਚਾਰਜ, ਤੇ ਉਹਦਾ ਫਾਰਮੂਲਾ ਤੁਸੀਂ ਪੜਿਆ ½CV²। ਠੀਕ ਹੈ ਜੀ, ਤੇ ਉਹ એનર્ਜੀ ਕਪੈਸਿਟਰ ਸਟੋਰ ਕਰ ਲੈਂਦਾ ਹੈ ਤੇ ਸਟੋਰ ਕੀਤੀ ਹੋਈ એનર્ਜੀ ਕੀ ਇਹ ਡਿਵਾਈਸ ਨੂੰ ਮਿਲ ਜਾਂਦੀ ਹੈ, ਜਿਹਨਾਂ ਡਿਵਾਈਸ ਨੂੰ ਇਨੀਸ਼ੀਅਲ ਟਾਰਕ ਮਿਲਦੀ ਹੈ, ਜਿਵੇਂ ਫੈਨ ਸੀ ਫੈਨ ਇਨੀਸ਼ੀਅਲ ਟਾਰਕ ਮਿਲਦੀ ਹੈ, ਦੁਬਾਰਾ ਫਿਰ ਉਹ ਅਲਟਰਨੇਟਿੰਗ ਕਰੰਟ ਲੈ ਕੇ એનર્ਜੀ ਸਟੋਰ ਕਰ ਲੈਂਦਾ ਹੈ, ਫਿਰ ਉਹ એનર્ਜੀ ਕੀ ਹੈ ਦੁਬਾਰਾ ਫਿਰ ਡਿਵਾਈਸ ਨੂੰ ਦੇ ਦਿੰਦਾ ਹੈ, ਫਿਰ એનર્ਜੀ ਸਟੋਰ ਕਰ ਲੈਂਦਾ ਹੈ, ਫਿਰ ਡਿਵਾਈਸ ਨੂੰ ਦੇ ਦਿੰਦਾ ਹੈ, ਲਗਾਤਾਰ ਇਹ ਪ੍ਰੋਸੈਸ ਉਹਦੇ ਵਿੱਚ ਚੱਲਦਾ ਰਹਿੰਦਾ ਹੈ। ਠੀਕ ਹੈ ਜੀ,
ਤਾਂ ਹੁਣ ਅਸੀਂ ਗੱਲ ਕਰਦੇ ਇੰਡਕਟਰ। ਇੰਡਕਟਰ ਕੀ ਹੈ? ਇੱਕ ਕੋਇਲ। ਇੰਡਕਟਰ ਵੀ ਇੱਕ ਅਜਿਹੀ ਡਿਵਾਈਸ ਹੈ ਜੋ એનર્ਜੀ ਸਟੋਰ ਕਰਦੀ ਹੈ ਇਨ ਦਾ ਫਾਰਮ ਆਫ ਮੈਗਨੈਟਿਕ ਫੀਲਡ। ਇੱਕ ਗੱਲ ਪਹਿਲਾਂ ਤਾਂ ਇਹ ਧਿਆਨ 'ਚ ਰੱਖਿਓ, ਜਿਹੜਾ ਇੰਡਕਟਰ ਹੈ ਉਹ ਸਟੋਰ ਕਰਦਾ ਹੈ એનર્ਜੀ ਨੂੰ, ਸਟੋਰ એનર્ਜੀ in the form of, एक नंबर का क्वेश्चन है in the form of magnetic field। क्यों? क्योंकि देखो सानू पता है भी ਜਿਹੜੀ ਇੱਕ ਇੰਡਕਟਰ ਹੈ, ਮਤਲਬ ਜਿਹੜਾ ਇੱਕ ਕੋਇਲ ਹੈ, ਜਦੋਂ ਕਰੰਟ ਫਲੋ ਕਰਦਾ ਹੈ ਤਾਂ ਆਪਾਂ ਨੂੰ ਪਤਾ ਇੱਕ ਸਾਈਡ ਨਾਰਥ ਬੰਦ ਹੈ, ਇੱਕ ਸਾਊਥ ਬੰਦ ਹੈ। ਦੈਟ ਮੀਨਸ ਇਹਦੇ ਵਿੱਚ ਮੈਗਨੈਟਿਕ ਫੀਲਡ ਲਾਈਨ ਜਨਰੇਟ ਹੁੰਦੀਆਂ ਨੇ। ਉਸੇ ਕਰਕੇ ਇਹਦੇ ਵਿੱਚ ਕੀ ਹੈ, ਇੱਕ ਆਪੋਜ਼ਿਟ ਸਾਈਡ ਤੋਂ EMF ਹੁੰਦੀ ਹੈ, ਤੇ ਜਿਹੜੀ ਆਪੋਜ਼ਿਟ ਸਾਈਡ EMF ਇੰਡਿਊਸ ਹੋਈ ਹੈ ਹਨਾ, ਉਹਦੇ ਕਰਕੇ ਕੀ ਬਣਦੀ ਹੈ ਜੀ, ਆਪਣੀ ਇੱਕ ਮੈਗਨੈਟਿਕ ਫਲਕਸ। ਦੈਟ ਮੀਨਸ ਇਹਦੇ ਕੋਲ ਮੈਗਨੈਟਿਕ એનર્ਜੀ ਹੁੰਦੀ ਹੈ। ਤਾਂ ਜਦੋਂ ਤੁਹਾਨੂੰ ਕਦੇ ਵੀ ਪੁੱਛਿਆ ਜਾਵੇ ਕਿ ਇੰਡਕਟਰ ਕਿਸ ਫਾਰਮ 'ਚ એનર્ਜੀ ਸਟੋਰ ਕਰਦਾ ਹੈ, ਤਾਂ ਆਨਸਰ ਆਊਗਾ ਇਨ ਦਾ ਫਾਰਮ ਆਫ ਮੈਗਨੈਟਿਕ ਫੀਲਡ। ਕੈਪੈਸਿਟਰ ਕਿਸ ਫਾਰਮ 'ਚ એનર્ਜੀ ਸਟੋਰ ਕਰਦਾ ਹੈ, ਇਨ ਦਾ ਫਾਰਮ ਆਫ ਇਲੈਕਟ੍ਰਿਕ એનર્ਜੀ। दोनों ਚ डिफरेंस भी है कि एनर्जी डिफरेंस दसो, एनर्जी स्टोर्ड इन इंडक्टर एंड एनर्जी स्टोर्ड इन कैपेसिटर। ਤਾਂ ਹੁਣ ਅਸੀਂ ਇਹਦਾ ਬਣਾਉਣਾ ਜੀ ਐਕਸਪ੍ਰੈਸ਼ਨ। ਕੀ ਇਹਦਾ ਐਕਸਪ੍ਰੈਸ਼ਨ ਹੋਏਗਾ? ਬਹੁਤ ਸਿੰਪਲ ਹੈ। ਤਾਂ ਸਪੋਜ਼ ਇਹ ਸਾਡੇ ਕੋਲੇ ਕੋਈ ਇੰਡਕਟਰ ਹੈ, ਇਸ ਇੰਡਕਟਰ ਨੂੰ ਅਸੀਂ ਕੋਈ ਵੀ ਅਲਟਰਨੇਟਿੰਗ ਸਪਲਾਈ ਕੀ ਹੈ ਗਿਵਨ ਕਰਤੀ, ਠੀਕ ਹੈ, AC ਸਪਲਾਈ, ਜਿਹਦੇ ਨਾਲ ਆਪਾਂ ਨੂੰ ਪਤਾ ਹੈ ਇੱਥੋਂ ਕਰੰਟ ਕੀ ਹੈ, ਇਸ ਤਰੀਕੇ ਨਾਲ ਕੀ ਹੈ ਫਲੋ ਕਰਦਾ ਹੋਊਗਾ। ਜਦੋਂ ਕਰੰਟ ਫਲੋ ਕਰੂਗਾ ਤਾਂ ਆਪਾਂ ਨੂੰ ਪਤਾ ਹੈ ਇਹਦੇ ਅੰਦਰ ਕੀ ਹੈ, ਕਰੰਟ ਚੇਂਜ ਹੋ ਰਿਹਾ, ਤਾਂ ਮੈਗਨੈਟਿਕ ਫਲਕਸ ਚੇਂਜ ਹੋ ਰਿਹਾ ਹੋਊਗੀ, ਜਿਹਦੇ ਕਰਕੇ ਇਹਦੇ ਵਿੱਚ ਇੱਕ ਆਪੋਜ਼ਿਟਿੰਗ EMF, ਮਤਲਬ ਇੱਕ EMF ਇੰਡਿਊਸ ਹੋ ਜੂਗੀ ਇਨ ਆਪੋਜ਼ਿਟ ਡਾਇਰੈਕਸ਼ਨ, ਇੰਡਿਊਸਡ EMF। ਠੀਕ ਹੈ ਜੀ। ਤੇ ਉਸ EMF ਦਾ ਰਿਲੇਸ਼ਨ ਅਸੀਂ ਪੜਿਆ ਹੋਇਆ E = L di/dt। L ਕੀ ਹੁੰਦਾ ਹੈ? ਸੈਲਫ ਇੰਡਕਟੈਂਸ। ਇਹ ਸਾਰਾ ਕੁਝ ਅਸੀਂ ਪੜ੍ਹ ਕੇ ਆਏ। ਤਾਂ ਦੇਖੋ ਕੈਪੈਸਿਟਰ ਦੇ ਵਿੱਚ ਜਦੋਂ ਅਸੀਂ એનર્ਜੀ ਸਟੋਰਡ ਇਨ ਕੈਪੈਸਿਟਰ ਸਟਾਰਟ ਕੀਤਾ ਸੀ, ਅਸੀਂ ਫਾਈਂਡ ਕੀਤਾ ਸੀ, ਵਰਕ ਡਨ। ਜਿੰਨਾ ਵਰਕ ਕੀਤਾ ਦੈਟ ਮੀਨਸ ਉਹ ਉਨੀ એનર્ਜੀ ਸਟੋਰ ਕਰਦਾ ਹੈ, ਤੇ ਇਹਦੇ ਵਿੱਚ ਵੀ ਅਸੀਂ ਕਰਨਾ, ਅਸੀਂ ਵਰਕ ਡਨ ਫਾਈਂਡ ਕਰਨਾ ਹੈ। ਮੈਂ ਥੋੜਾ ਜਿਹਾ ਕੈਪੈਸਿਟਰ ਵਾਲਾ ਟੌਪਿਕ ਤੁਹਾਨੂੰ ਯਾਦ ਕਰਾਉਣਾ। ਵਿੱਚ ਕੀ ਸੀ, ਆ ਕੈਪੈਸਿਟਰ ਦੀਆਂ ਦੋ ਪਲੇਟ ਸੀਗੀਆਂ, ਤੇ ਅਸੀਂ ਕੀ ਇਸ ਤਰੀਕੇ ਦੇ ਨਾਲ ਇੱਕ ਇੱਥੇ ਬੈਟਰੀ ਦਾ ਸੈੱਲ ਲਗਾ ਦਿੰਦੇ ਹਾਂ। ਅਸੀਂ ਕਹਿੰਦੇ ਵੀ ਇਸ ਪਲੇਟ ਤੋਂ ਕੋਈ ਚਾਰਜ ਸਮਾਲ DQ ਚਾਰਜ मूव करता है, किस साइड स्टोर होता है, इस नैगेटिव प्लेट पे। तो जिन्ना इधर की है स्मॉल पॉजिटिव, स्मॉल की है नैगेटिव, तो ਅਸੀਂ ਕਹਿੰਦੇ ਸੀਗੇ कि स्मॉल अमाउंट ऑफ वर्क डन करना पऊगा किनू मूव कराउण दे लई, स्मॉल चार्ज नू इज इक्वल टू पोटेंशियल। यही काम ਆਪਾਂ ਇੱਥੇ ਕਰਨਾ। ਤਾਂ ਅਸੀਂ ਕੀ ਕਹਾਂਗੇ, ਦੇਖੋ ਜੇ ਕਰੰਟ मूव कर ਰਿਹਾ ਇਹਦਾ ਮਤਲਬ ਅਸੀਂ ਇਹ ਕਹਿ ਸਕਦੇ ਨਾ ਵੀ ਚਾਰਜ, ਕੋਈ स्मॉल अमाउंट ऑफ चार्ज ਹੈ ਜਿਹੜਾ ਇਸ ਪੁਆਇੰਟ ਤੋਂ ਚੱਲ ਕੇ ਇਸ ਇੰਡਕਟਰ ਦੇ ਵਿੱਚ ਚੱਲਦਾ ਇਸ ਪੁਆਇੰਟ ਤੇ ਪਹੁੰਚੂਗਾ। ਇਹ ਵੀ ਤਾਂ ਅਸੀਂ ਕਹਿ ਸਕਦੇ ਹਾਂ। ਇਹਦਾ मतलब स्मॉल अमाउंट ऑफ वर्क डन की होगा, स्मॉल अमाउंट ऑफ वर्क डन टू मूव a small charge, that is dW upon dQ, which is equal to potential। वर्क डन upon charge is equal to potential। अच्छा, जेड़ा पोटेंशियल है V, ये कादे बराबर होगा? ये बराबर होगा इंड्यूस्ड EMF ਦੇ, क्योंकि इन्ना ਸਾਨੂੰ वर्क डन करना पऊगा ना, क्योंकि ਆਪਾਂ ਨੂੰ ਪਤਾ ਜਿਹੜੀ EMF इंड्यूस होगी ਇਹ ਤਾਂ ਇਹਨੂੰ ਉੱਥੇ ਪਹੁੰਚਣ ਨਹੀਂ ਦਿੰਦੀ, करंट ਨੂੰ ਅਪੋਜ਼ ਕਰੂ, ਮਤਲਬ ਚਾਰजेस ਨੂੰ ਅਪੋਜ਼ ਕਰੂ, ਬਟ ਸਾਨੂੰ ਇੰਨਾ वर्क डन ਕਰਨਾ ਪਊਗਾ ਇਹਨੂੰ ਕੀ ਹੈ ਮੂਵ ਕਰਾਉਣ ਦੇ ਲਈ। ਠੀਕ ਹੈ, ਤਾਂ ਹੁਣ ਚਾਹੇ ਤੁਸੀਂ V ਨਾਲ ਕਰ ਲਓ ਚਾਹੇ E ਨਾਲ ਕਰ ਲਓ, ਮੈਂ ਤੁਹਾਨੂੰ ਦੱਸਿਆ ਹੋਇਆ ਕੋਈ ਫਰਕ ਨਹੀਂ ਹੈਗਾ। ਠੀਕ ਹੈ, E ਮੈਂ ਤਾਂ ਲਿਖਤਾ ਕਿਉਂਕਿ ਅਸੀਂ ਰਿਲੇਸ਼ਨ E ਨਾਲ ਪੜਿਆ ਹੋਇਆ। ਠੀਕ ਹੈ, मैं ब्रैकेट शो करता है कि ये इंड्यूस्ड EMF। ओके, तो dW इज इक्वल टू, बच्चे में लिख सकते E इंटू DQ। अच्छा, E की वैल्यू की है? E की वैल्यू है जी L DI अपॉन DT इंटू DQ। देखो DQ अपॉन DT की होता है, दिस इज कॉल्ड इंस्टेंटेनियस करंट, किसी इंस्टेंट का करंट। तो मतलब की होगा जी dW इज इक्वल टू L DI इंटू I। इत्थे रीजन दे दो, इस नाल इंप्रैशन है जिहड़ा तुहाडा गुड रहूगा कि बच्चे नूं
तरीका पता भी किस तरीके ना डेरिवेशन करनी है। तो dw देखो स्मॉल वर्क डन आ गया ना, टू फाइंड टोटल वर्क डन integrating both sides, integrate both sides, dw integration l I into di। आ देखो di वेरिएबल है, दैट मींस सिर्फ और सिर्फ करंट दी की है इंटीग्रेशन होगी, क्योंकि करंट वेरिएबल है। ए साइड बन गया वर्क डन, l कांस्टेंट है। अच्छा यदि इंटीग्रेशन की होगी i स्क्वायर बाय 2, तो जेड़ा वर्क डन कीता है बच्चे ए स्टोर होगा इन द फॉर्म ऑफ एनर्जी। आ फार्मूला है, ये u की है एनर्जी stored in इंडक्टर। बस सिंपल। देखो कैपेसिटर की पढ़ते सी एनर्जी हाफ cv स्क्वायर ते इंडक्टर दी की है, एक कैपेसिटर दी है, इंडक्टर दी गए हाफ li स्क्वायर। दोनों दे विचों एक आर्टिकल पंजाब बोर्ड दे विच तां पक्का ही है जेड़ा आएगा ही आएगा, चाहे वो एनर्जी स्टोर्ड इन इंडक्टर आ जाए चाहे वो एनर्जी स्टोर्ड इन कैपेसिटर आ। ठीक है, सीबीएसई बोर्ड दे विच की डेरिवेशन दे आउण दे थोड़े चांसेस घट होंदे ने, मैं ये नहीं कहंदा भी नहीं आउंदी, चांसेस घट होंदे। ठीक है जी, क्लीयर है सारिਆਂ ਨੂੰ? यस सर। ਇਹਦਾ मतलब जे कैपेसिटर एनर्जी स्टोर कर सकता है तो इंडक्टर भी एनर्जी स्टोर करता है। कैपेसिटर स्टोर करता है इन द फॉर्म ऑफ इलेक्ट्रिकल एनर्जी, ए स्टोर करता है इन द फॉर्म ऑफ मैग्नेटिक फील्ड एनर्जी या मैग्नेटिक एनर्जी तुसी इहनू बोल सकते हो। नेक्स्ट क्वेश्चन ਅਸੀਂ ਕਰਨ ਜਾ ਰਹੇ ਹਾਂ ਜੀ। derive an expression। देखो मैं इस ਜਿਹੜੇ यूनिट ਦੇ ਵਿੱਚ ਜਿੰਨੇ ਵੀ ਟੌਪਿਕਸ ਨੇ ਮੈਂ ਸਾਰੇ ਉਹਨਾਂ ਦੇ ਕੁਐਸਚਨਸ ਬਣਾ ਕੇ ਤੁਹਾਨੂੰ ਦੱਸ ਰਿਹਾ ਵੀ ਕਿਸ ਤਰੀਕੇ ਦੇ ਨਾਲ ਕੁਐਸਚਨ ਆ ਸਕਦੇ ਆ। derive an expression of instantaneous power and average power when AC supply given to R circuit। लो जी ਅਸੀਂ इंस्टेंटेनियस पावर ਤੇ एवरेज पावर कैलकुलेट करनी है। ਇਹ बेसिकली पावर ਕਿਹੜੀ ਹੈ, ਇਹ पावर डिसिपेशन है भी, मतलब यानी कि जे किसी सर्किट ਦੇ ਵਿੱਚ ਕੱਲਾ रेजिस्टेंस ਲੱਗਿਆ ਹੋਊਗਾ तो किन्नी पावर डिसिपेट करता, मतलब किन्नी पावर ਦਾ ਆਪਾਂ ਕਹਿ ਸਕਦੇ ਹਾਂ किन्नी पावर कंज्यूम करता है रेजिस्टेंस। ठीक है, मान लो एक ਤੁਹਾਡੇ ਕੋਲ सर्किट है, ਇਹਦੇ ਵਿੱਚ ਇੱਕ आइडियल केस लेके चलते हैं हमेशा, एक रेजिस्टेंस लग्या होया। ठीक है, ते की सप्लाई लगी हुई है, एसी सप्लाई है। आ एसी सप्लाई अपन पता है करंट फ्लो करेगा, तो ये रेजिस्टेंस इस एसी सप्लाई तो कितनी पावर कंज्यूम करेगा असी ये देखो। आ देखो तो पहला आप इंस्टेंटेनियस पावर, बिल्कुल सिंपल है जी, इंस्टेंटेनियस पावर। अच्छा पावर का फॉर्मूला की होंगे दस सकता कोई? पावर का फॉर्मूला VI, वेरी गुड, पावर इज इक्वल टू VI। दिस इज इक्वेशन नंबर 1। हम देखो अल्टरनेटिंग सप्लाई है ना, V कितना है, V नॉट साइन ओमेगा टी। अच्छा आर सर्किट दे विच करंट दी इक्वेशन बोलो भी की होंदी है, I इज इक्वल टू जेडे नहीं बोलते बोलिया करो, करंट दी इक्वेशन बोलो, साइन ओमेगा टी, I नॉट साइन ओमेगा टी। अच्छा कितना फेज डिफरेंस है आर सर्किट दे विच, कितना फेज डिफरेंस होंदा है? 0। वेरी गुड, दोनों इक्वेशंस की सेम ने, बिल्कुल ठीक है, दोनों दी वैल्यू पुट कर दो 1। आ देखो इन द फॉर्म ऑफ टी है ना, तो टी दी कोई भी वैल्यू हो सकती है, इसे करके इनू इंस्टेंटेनियस पावर बोलते हैं। जिवें जिवें तुसी टी दी वैल्यू पुट करी जाओगे पावर ये चेंज हो जाऊगी। ठीक है, तो पावर इज इक्वल टू क्या आ गया, V नॉट साइन ओमेगा टी। अच्छा आई कितना आ गया, I नॉट साइन ओमेगा टी। पावर इज इक्वल टू क्या आ गया, V नॉट I नॉट साइन स्क्वायर ओमेगा टी।
दिस इज इंस्टैंटेनियस पावर। हर एक टी की वैल्यू के लिए अलग अलग पावर आएगी सर्किट की, भी किन्नी ये रजिस्टेंस है जिहड़ा पावर कंज्यूम कर रहा है। एक असीं कैलकुलेट करनी है एवरेज पावर। एवरेज पावर मतलब एवरेज पावर असीं किवें कैलकुलेट करांगे? देखो किसी इंस्टेंट ते पावर कितनी है P, ਇਹਦੀ टोटल पावर देख लो 0 to T साइकिल ਦੇ ਵਿੱਚ मतलब कंप्लीट साइकिल ਚ ਕਿੰਨੀ पावर है अपॉन टाइम, ਉਹਨੂੰ टाइम ਦੇ ਨਾਲ ਕੀ ਕਰ ਦੋ डिवाइड कर दो। दिस इज द फार्मूला टू कैलकुलेट एवरेज पावर। ਆਪਾਂ ਕਹਿੰਦੇ ਨੇ ना टोटल पावर देख लो जी अपॉन टोटल टाइम देख लो, एवरेज ਦਾ ਇਹੀ मतलब ਹੁੰਦਾ है। P into dt 0 to T कंप्लीट साइकिल च मैं पावर देखूंगा, टाइम ਦੇ ਨਾਲ ਕੀ ਕਰੂੰਗਾ ਉਹਨੂੰ डिवाइड करूं, ठीक है। अच्छा P की वैल्यू ਤੁਹਾਨੂੰ पता है एट एनी इंस्टेंट 1/t हो गया, 0 to T ये है वैल्यू आप पढ़ के आए V0 I0 साइन स्केयर ओमेगा टी। मैं थे इंस्टेंटेनियस पावर की जी वैल्यू की पुट करती, देखो V0 की है कांस्टेंट, I0 की है कांस्टेंट। अच्छा वेरिएबल कौन है? टाइम वेरिएबल चल रहा है, तो टाइम से डिपेंड कौन करता है? ये वाला फंक्शन साइन स्केयर ओमेगा टी। ਇਹਦਾ मतलब V0 कॉमन आ गया, I0 कॉमन आ गया अपॉन T 0 to T सिर्फ और सिर्फ इंटीग्रेशन होगी साइन स्केयर ओमेगा टी dt। फटाफट बोलो ਇਹਦੀ इंटीग्रेशन की लिखाई सीगी? T/2। पक्का श्योर है? Yes sir। वेरी गुड। इतने रीजन दे दो बिकॉज 0 to T देखो जिन्होंने ਹੁਣ इंटीग्रेशन याद नहीं है ਉਹ ਹੁਣ ਕੀ ਹੈ बार बार ਉਹਨੂੰ इंटीग्रेशन ਨੂੰ सॉल्व करी जाएंगे, नाल ਤਾਂ आर्टिकल की लेंथ ਵੱਧ जूगी, ठीक है, ਤੇ ਨਾਲੇ ਕੀ ਹੈ ਉਹ इंटीग्रेशन ਤੁਹਾਨੂੰ सॉल्व करनी औखी लगूगी, ਤੇ ਉਸ ਤੋਂ ਬਾਅਦ ਕੀ ਹੈ ਇਹ ਨਹੀਂ ਪਤਾ ਉਹ प्रॉपर सॉल्व ਹੋਵੇ ਜਾਂ ਨਾ ਹੋਵੇ, ठीक है। मैं ਤੁਹਾਨੂੰ ਆ इंटीग्रेशन देखो पहले ही स्टार्टिंग ਚ ਦੱਸਦੀ ਹਾਂ ਵੀ ਕਿਸ ਤਰੀਕੇ ਨਾਲ ਤੁਸੀਂ ਕੀ ਹੈ ਕਿਹੜੀ इंटीग्रेशंस की यूज होंगी। देखो कैंसल तो V पावर एवरेज की होगी, देखो मैं लिख सकता V0/√2 I0/√2। अच्छा इनू की बोलते हैं VM। वर्चुअल ईएमएफ। वेरी गुड। V वर्चुअल बोल लो चाहे V RMS बोल लो, तो एक ही है। लो जी मतलब की हो गया कि जे तुसी किसी भी सर्किट दे विच रेजिस्टेंस लगाने हो तो डेफिनेटली इन्नी पावर कंज्यूम करेगा ही करेगा, उन्हें इन्नी पावर कंज्यूम कर लेनी, ठीक है। मतलब इन्नी पावर तुसी ये कह दो भी वेस्ट हो गई, अपनी एनर्जी का लॉस हो गया, ठीक है, इन द फॉर्म ऑफ हीट कह लो कुछ भी तुसी कह सकते हो, मगर मतलब पावर डिसिपेट हो, ठीक है जी। तो एक बच्चे एक गल का ध्यान रखियो, एक मैं लाइन इत्थे लिख भी दिना है कि जिहड़ा रेजिस्टेंस है कंज्यूम पावर। अच्छा ओनली भी पा देना मैं, ये ओनली का मतलब तुहानू अगे जाके क्लीयर हो जाएगा, या प्रॉपर ए लिख लो ओनली रेजिस्टेंस कंज्यूम पावर, अगे जाके पता लग जाए। देखो जी क्लियर है? Yes sir। ठीक है नेक्स्ट देखो, फिर क्वेश्चन क्या आ सकता है, डिराइव एन एक्सप्रेशन ऑफ इंस्टेंटेनियस पावर एंड एवरेज पावर when AC supply is given to L circuit। देखो दूसरा सर्किट असी पढ़िया सीगा L सर्किट पढ़िया सी ना इंडक्टर, हुण असी इहदे विच फाइंड करना है। तो सब तो पहला असी फाइंड करते हैं इंस्टेंटेनियस पावर, पावर इज इक्वल टू VI। अच्छा V अपन पता की हुंदा है V0 sin ओमेगा टी। हाँ जी दिव्यांशी बोलूगी करंट की इक्वेशन बोलो जी इंडक्टर वास्ते की हुंदी है, फटाफट विदाउट वेस्टिंग एनी टाइम।
कोई किसी ने कापी वगैरह जो नहीं देखना, फटाफट बोलो करंट दी इक्वेशन इन टर्म्स ऑफ इंडक्टर। तेजिंदर, नवदीप, I naught sin omega t minus pi by 2. वेरी गुड, बहुत अच्छा। ओमेगा टी माइनस पाई बाय 2। मैं दस्या सी इंडक्टर ਦੇ ਵਿੱਚ ਜਿਹੜਾ ਕਰੰਟ ਹੈ ਉਹ v ਨॉट ਪਿੱਛੇ ਚੱਲਦਾ ਕਿੰਨਾ ਪਾਈ ਬਾय 2। ਅੱਛਾ ਇਹਦੇ ਵਿੱਚ ਵੈਲਿਊਜ਼ ਪੁੱਟ ਕਰੋ। i ਦੀ ਵੈਲਿਊ ਕਿੰਨੀ ਹੈ, ਦੈਟ ਇਜ਼ i ਨॉट ओमेगा टी माइनस पाई बाय 2। देखो जिन्होंने स्टार्टिंग वाले कंसेप्ट समझ लगे ना, उस बाद देखो जस्ट फार्मूले ने, कुछ भी नहीं है ਇਹਦੇ ਵਿੱਚ। sin ओमेगा टी इनटू की आ गया sin ओमेगा टी माइनस पाई बाय 2, ठीक है जी। तो पावर एवरेज, अच्छा देखो मैं ऐ लिख सकदा v नॉट i नॉट sin ओमेगा टी, ਜਿਹੜਾ ਆ ਵਾਲਾ sin ओमेगा टी माइनस पाई बाय 2 है ना, जो मैं माइनस कॉमन कट लाना, माइनस ਇੱਥੇ ਲੱਗੀ ਤਾਂ ਕੀ ਬਣ ਗਿਆ sin पाई बाय 2 माइनस ओमेगा टी। कोई मैंने दस सकता sin पाई बाय 2 माइनस ओमेगा टी की वैल्यू कितनी होती है? cos omega t। वेरी गुड। अच्छा जे इस एक्सप्रेशन को मैं 2 ना मल्टीप्लाई करदा ते 2 ना डिवाइड करदा ता फार्मूला की बन गया जी? sin 2 omega t। वेरी गुड। दिस इज द एवरेज पावर फॉर इंडक्टर। देखो कई बच्चे सोचते होने भी सर इनू v नॉट बाय सॉरी √2 नहीं होता, v नॉट बाय √2 इंटू √2 क्यों नहीं लिखा? लिख दांगे, कोई दिक्कत नहीं, लिख सकते हो। इनू भी तुसी इन द फॉर्म ऑफ जिवें ਅਸੀਂ प्रीवियस आर्टिकल कीता सी इन द फॉर्म ऑफ RMS इनू भी लिख सकते हो, कोई दिक्कत नहीं। मैं जान के लिख रहा क्योंकि ਅਸੀਂ ਇਹਨੂੰ ਹਜੇ यूज करना है, क्योंकि ਅਸੀਂ ਹਜੇ इंस्टेंटेनियस पावर ही फाइंड कीती है, ਅਸੀਂ एवरेज पावर भी कैलकुलेट करनी है। ਤਾਂ ਜੇ एवरेज पावर ਅਸੀਂ कैलकुलेट करनी ਹੋਵੇ ਤਾਂ ਸਾਨੂੰ ਕੀ ਕਰਨਾ ਪਊਗਾ? टोटल पावर कंप्लीट साइकिल ਦੇ ਵਿੱਚ टाइम ਨਾਲ करना पऊ डिवाइड, तो 0 टू t। अच्छा पावर ਦੀ वैल्यू देखो की है माइनस ऑफ v नॉट i नॉट, माइनस बाहर लिख लो v नॉट i नॉट अपॉन 2, ਇੱਥੇ ਕੀ ਆ ਗਿਆ ਆਪਣੇ ਕੋਲ sin 2 ओमेगा t into dt। the power average is equal to minus of v नॉट i नॉट अपॉन 2, देखो बाहर आ गया जी 0 टू t sin 2 ओमेगा t dt। ਇਹ ਤੁਹਾਨੂੰ ਕਰਨੀ ਪਊਗੀ ਇੰਟੀਗ੍ਰੇਸ਼ਨ। ਕੋਈ ਦੱਸ ਸਕਦਾ ਇਹਦੀ ਇੰਟੀਗ੍ਰੇਸ਼ਨ ਦਾ ਆਨਸਰ ਕਿੰਨਾ ਆਊਗਾ? ਦੇਖੋ ਤੁਹਾਨੂੰ ਮੈਂ ਕਿਹਾ ਸੀ 0 ਟੂ t sin ओमेगा t ਦੀ ਇੰਟੀਗ੍ਰੇਸ਼ਨ ਕਿੰਨੀ ਹੁੰਦੀ ਸੀ? 0 ਜੇ ਤੁਹਾਨੂੰ ਕੋਈ ਵੀ ਕੈਲਕੂਲੇਸ਼ਨ ਕਰਨ ਦੀ ਲੋੜ ਨਹੀਂ, ਇਹਦਾ ਆਨਸਰ ਵੀ 0 ਆਊਗਾ। मतलब की है इन आइडियल इंडक्टर या मैं कह सकता प्योर इंडक्टर कंज्यूम नो पावर, कोई पावर कंज्यूम नहीं करता। आ देखो यदि एवरेज पावर कितनी है 0, तो दसे ना आ देखो एक पॉजिटिव एक नेगेटिव, जिन्ना देखो इंडक्टर की है इस पॉजिटिव सप्लाई करके जिन्नी पावर यह लऊगा उन्नी ही पावर यह दोबारा सोर्स नू की है दोबारा दे दूंगा, फिर जिन्नी यह पावर लऊगा पॉजिटिव साइकिल उन्नी ही पावर दोबारा सोर्स नू की है वापस देता है। प्योर इंडक्टर डज नॉट कंज्यूम एनी पावर। ਹੁਣ ਕਈ ਬੱਚੇ ਦੇ ਦਿਮਾਗ 'ਚ ਆ ਰਿਹਾ ਵੀ ਸਰ ਇਹਦਾ sin ओमेगा t dt 0 ਸੀ, ਇਹ ਤਾਂ sin 2 ओमेगा t ਹੈ। ਸੋਲਵ ਕਰਕੇ ਦੇਖ ਲਿਓ ਆਨਸਰ ਕਿੰਨਾ ਆਊਗਾ? 0 ਹੀ ਆਊਗਾ। ਮੈਂ ਤੁਹਾਨੂੰ ਥੋੜਾ ਜਿਹਾ ਅਲੱਗ ਤੋਂ ਕਰਕੇ ਦਿਖਾ ਦਿੰਦਾ। ਆ ਦੇਖੋ 0 टू t sin 2 ओमेगा t dt। देखो sin ਦਾ ਕੀ ਹੁੰਦਾ ਇੰਟੀਗ੍ਰੇਸ਼ਨ माइनस cos 2 ओमेगा t अपॉन कितना होगा 2 ओमेगा। आ करोगे ना -1/2 बाहर आ गया
ਇੱਥੇ ਕੀ ਰਹਿ ਗਿਆ cos 2 ओमेगा t 0 to t ਤੇ ਬਣ ਗਿਆ 1 upon 2 ओमेगा ਇਹ ਬਣ ਗਿਆ cos 2 ओमेगा t minus cos 0 ਤੇ ਬਣ ਗਿਆ -1/2 ओमेगा देखो cos 2 ओमेगा मतलब 2 पाई by t into t cos 0 कितना हो गया 1 t ना t कैंसिल cos 4 by कितना होता है 1 1 minus 1 0 बहुत सिंपल है यार जे तुसी मतलब यानी कि इस चीज ਨੂੰ ਧਿਆਨ ਨਾਲ ਦੇਖ ਲਓ ਤਾਂ ਦੇਖੋ R ਸਰਕਟ ਦੇ ਵਿੱਚ ਤਾਂ ਦੇਖੋ ਪਾਵਰ ਮਤਲਬ ਰੈਜ਼ਿਸਟੈਂਸ ਦਾ ਪਾਵਰ ਕੰਜ਼ਿਊਮ ਕਰਦਾ ਹੈ ਬਟ ਕੀ ਹੈ ਜਿਹੜਾ ਬੱਚੇ ਇੰਡਕਟਰ ਹੈ ਨਾ ਪਿਓਰ ਇੰਡਕਟਰ ਅਸੀਂ ਆਈਡੀਅਲ ਕੇਸ ਦੀ ਗੱਲ ਕਰਦੇ ਹਾਂ ਆਈਡੀਅਲ ਕੇਸ ਦੇ ਵਿੱਚ ਕਿ ਜਿਹੜਾ ਇੰਡਕਟਰ ਹੈ ਕਦੇ ਵੀ ਕੋਈ ਵੀ ਪਾਵਰ ਕੀ ਹੈ ਕੰਜ਼ਿਊਮ ਨਹੀਂ ਕਰਦਾ ਉਹ ਜਿੰਨੀ ਸਰਕਟ ਤੋਂ ਪਾਵਰ ਲਊਗਾ मतलब जिन्नी सप्लाई तो पावर लऊगा उन्नी पावर दे दूंगा आप पढ़े ना देखो पहले भी आर्टिकल पढ़ के एनर्जी स्टोर्ड इन इंडक्टर इंडक्टर एनर्जी स्टोर कितनी करता है दैट इज हाफ L I स्क्वायर एक ना आगे जाके LC ऑसिलेशन टॉपिक पढ़ांगे ਉਹਦੇ ਵਿੱਚ ਹੋਰ ਵੀ ਕਲੀਅਰ ਹੋਊਗਾ ਇਹ ਐਨੀ એનર્ਜੀ ਇੰਡਕਟਰ ਸਟੋਰ ਕਰਿਆ ਕਰੂਗਾ ਪਾਵਰ ਕੀ ਹੁੰਦੀ ਹੈ ਰੇਟ ਆਫ ਡੂਇੰਗ ਵਰਕ ਮਤਲਬ એનર્ਜੀ ਅਪਨ ਟਾਈਮ ਐਨੀ એનર્ਜੀ ਸਟੋਰ ਕਰਿਆ ਕਰੂਗਾ ਦੁਬਾਰਾ ਫਿਰ ਜਿਹੜਾ AC ਸੋਰਸ ਆ ਉਹਨੂੰ ਫੇਰ ਦੇ ਦਿਆ ਕਰੂਗਾ ਫਿਰ ਉਹਦੇ ਤੋਂ એનર્ਜੀ ਲੈ ਲਿਆ ਕਰੂਗਾ फिर उन्होंने दे दिया करूंगा ये एनर्जी लैके एनर्जी दे के साडा काम करूंगा साडी इलैक्ट्रिकल डिवाइसेस चलाऊगा बट ਉਹਦੇ ਵਿੱਚ कोई भी एनर्जी ਦਾ लॉस नहीं होगा बट ਇਹ ਗੱਲ ਆ ਜਾਂਦੀ ਵੀ ਕੋਈ ਵੀ ਪਿਓਰ ਇੰਡਕਟਰ ਨਹੀਂ ਹੁੰਦਾ ਤਾਂ ਥੋੜੇ ਬਹੁਤ એનર્ਜੀ ਦੇ लॉसेस ਹੁੰਦੇ ਨੇ बट बहुत ज्यादा एनर्जी ਦੇ लॉसेस नहीं ਹੁੰਦੇ ਦੇਖੋ ਜੀ ਕਲੀਅਰ देखो ਤੁਹਾਨੂੰ ਪਤਾ ਲੱਗ ਗਿਆ ਯਾਰ ਜੇ ਤੁਹਾਨੂੰ ਮਤਲਬ ਯਾਨੀ ਕਿ ਇਕੁਏਸ਼ਨਸ ਪਤਾ ਨੇ ਜਸਟ ਪਾਵਰ ਇਜ਼ ਇਕੁਅਲ ਟੂ VI ਦਾ ਫਾਰਮੂਲਾ ਪੁੱਟ ਕਰਨਾ ਹੈ इंटीग्रेशन दी वैल्यूज ਤੁਹਾਨੂੰ ਮੈਂ ਸਟਾਰਟਿੰਗ ਚ ਦੱਸਦਾ ਤਾਂ ਬੜਾ ਸਿੰਪਲ ਅੱਛਾ ਕਈ ਬੁੱਕਸ ਦੇ ਵਿੱਚ ਨਾ ਇਹਨੂੰ ਕੀ ਹੈ ਆ ਜਿਹੜਾ ਮੈਂ ਮੈਥਡ ਕੀਤਾ ਨਾ ਇਸ ਤਰੀਕੇ ਨਾਲ ਇਹਨੂੰ ਨਾ ਫਾਰਮੂਲਾ ਲਗਾਇਆ ਹੁੰਦਾ ਇਹਦੇ ਤੇ ਤੁਹਾਡਾ ਉਹ ਵਾਲਾ sin a b ਵਾਲਾ ਆਨਸਰ ਫਿਰ ਵੀ ਸੇਮ ਹੀ ਆਊਗਾ ਲਗਾ ਦਿਓ ਚਾਹੇ ਉਹ ਵੀ ਉਹਨੂੰ ਕਿਵੇਂ ਕਰ ਸਕਦੇ ਹੋ ਤੁਸੀਂ sin a cos b cos a sin b ਉਹਨਾਂ ਥੋੜੀ ਜਿਹੀ ਤੁਹਾਡੀ ਡੈਰੀਵੇਸ਼ਨ ਹੈ ਥੋੜੀ ਜਿਹੀ ਮਤਲਬ ਯਾਨੀ ਕਿ ਸਟੈਪ ਉਹਦੇ ਵਿੱਚ ਇਨਕਰੀਜ਼ ਹੋ ਜਾਣਗੇ ਆਨਸਰ ਸੇਮ ਕਲੀਅਰ ਸਾਰਿਆਂ ਨੂੰ Yes, sir. ओके ਹੁਣ फटाफट ਤੁਸੀਂ ਕੀ ਕਰਨਾ ਹੈ ਮੈਂ ਤੁਹਾਨੂੰ ਲਿੰਕ ਦੁਬਾਰਾ ਸੈਂਡ ਕਰ ਦਿਆਂ ਨੇ ਤੁਸੀਂ ਕੀ ਮੈਨੂੰ ਇੱਕ ਐਕਸਪ੍ਰੈਸ਼ਨ ਆਪਣੇ ਬਣਾ ਕੇ ਦੇਖੋ ਦੇਖੋ ਤੁਹਾਡਾ ਕੀ ਬਣਦਾ ਹੈ ਡਰਾਈਵ ਐਨ ਐਕਸਪ੍ਰੈਸ਼ਨ of instantaneous power and average power when AC supply given to C circuit मतलब कैपेसिटर सर्किट लो जी इक्वेशंस ਤੁਹਾਨੂੰ ਪਤਾ ਨੇ फटाफट ਕੀ ਹੈ ਇੱਕ इंस्टेंटेनियस पावर ਤੇ एवरेज पावर फटाफट ਮੈਨੂੰ ਦੱਸ ਦਿਓ ਆਪਣੇ ਕੋਲ 8 ਮਿੰਟ ਪਏ ਨੇ जबकि ਇਹਦੇ ਲਈ ਸਿਰਫ ਔਰ ਸਿਰਫ 3-4 ਮਿੰਟ ਹੀ ਚਾਹੀਦੇ ਡੈਰੀਵੇਸ਼ਨ ਆਊਗੀ 3 ਨੰਬਰ ਦੀ ਇਹ दसो जी की लिखा हाँ जी इंस्टेंटेनियस पावर का आंसर दीक्षा बोलूगी हाँ जी दीक्षा बोलो आंसर हाँ जी सुखप्रीत तुसी बोलो जी इंस्टेंटेनियस पावर दा आंसर सुखप्रीत बच्चे डोंट वेस्ट योर टाइम फटाफट यार इतना टाइम थोड़ी है मैनू पता जशन तू बोल देगा बच्चे मैं बाकी बच्चे तो बुलवाणागा मैनू पता है ना जो किहड़े-किहड़े बच्चे बोल सकते हैं मैं बाकी तो तां ही बुलवा रहा भी ये भी बोलन हाँ जी परनीत परनीत बोल सकती है बोलो परनीत की आंसर आऊगा ना
इंस्टेंटेनियस पावर बोलो प्रणीत, थोड़ा लाउडली बोलो यार। हाँ जी कमलप्रीत जी तुसी बोलो। कमाल होगी यार। हाँ जी प्रियांशु बोलो जरा फटाफट किया होगा आंसर। प्रियांशु इन्ना औखा तो कोई काम ही नहीं हैगा। साक्षी I naught V naught sin omega t cos omega t. I naught V naught Sin omega t cos omega t. sin ओमेगा t cos ओमेगा t तेन 2 ना मल्टीप्लाई कर दो 2 ना डिवाइड कर दो तो पावर इज इक्वल टू की आ गया जी I naught V naught I अपॉन naught 2 जो आंसर पहला करके आए रोहित आंसर है की औखा है sin 2 omega t माइनस साइन ही हैगा बस सर। हाँ बस ये माइनस नहीं हैगा की औखा सी मैंने समझ नहीं आती गल। ਹੁਣ v ਆਪਾਂ ਨੂੰ ਪਤਾ v v naught sin omega t i ਸਾਨੂੰ ਪਤਾ ਕੀ ਹੁੰਦਾ I naught sin omega t plus ਹੁੰਦਾ ਇੱਥੇ pi by 2 ਤਾਂ ਪਲੱਸ ਦਾ ਕੀ ਬਣ ਗਿਆ cos omega t। दूसरी ਅਸੀਂ फाइंड करनी जी एवरेज पावर कैलकुलेट करो जी ਜਿਹੜੇ ਬੱਚੇ ਆਪਣੇ ਆਪ ਕਰ ਸਕਦੇ ਆ ਉਹ ਸਕਰੀਨ ਵੱਲ ਨਾ ਦੇਖਣ। ਲਓ ਜੀ ਸਟਾਰਟਿੰਗ ਮੈਂ ਤੁਹਾਨੂੰ ਪਹਿਲੇ ਦੱਸਤਾ ਸੀਗਾ ਕਿ ਓਨਲੀ ਰੈਜ਼ਿਸਟੈਂਸ ਇੱਕ ਅਜਿਹੀ ਕੁਆਂਟੀਟੀ ਹੈ ਜਾਂ ਇੱਕ ਅਜਿਹਾ ਤੁਸੀਂ ਇਹਨੂੰ ਇਹ ਬੋਲ ਸਕਦੇ ਹੋ ਇੱਕ ਅਜਿਹੀ ਡਿਵਾਈਸ ਹੈ ਜਿਹੜਾ ਕੀ ਹੈ ਸਰਕਟ ਤੋਂ ਪਾਵਰ ਕੰਜ਼ਿਊਮ ਕਰਦਾ ਹੈ मतलब ਜਿਹਦੇ ਕਰਕੇ એનર્ਜੀ ਦੇ ਲਾਸਸ ਹੁੰਦੇ ਆ। अगर प्योर इंडक्टर है ਤਾਂ ਵੀ देखो एवरेज पावर कितनी सी 0 अगर प्योर कैपेसिटर है ਤਾਂ ਵੀ एवरेज पावर कितनी है 0 अदरवाइज ਜੇ ਤੁਸੀਂ ਬੁੱਕ ਚੱਕ ਕੇ ਦੇਖੋਗੇ ਨਾ ਜਿਹੜੀ ਡੈਰੀਵੇਸ਼ਨ ਐਡੀ ਐਡੀ ਵੱਡੀ ਕੀਤੀ ਹੋਈ ਨੇ ਵੀ ਤੁਸੀਂ ਇੰਟੀਗ੍ਰੇਸ਼ਨ ਸੋਲਵ ਕਰਦੇ ਕਰਦੇ ਰਹਿ ਜਾਓਗੇ। ਮੈਂ ਤੁਹਾਨੂੰ ਇੰਨਾ ਸੌਖਾ ਤਰੀਕਾ ਦੱਸਿਆ ਫਿਰ ਵੀ मतलब ਤੁਹਾਡੇ ਵੱਲੋਂ ਰਿਸਪੌਂਸ ਬਿਲਕੁਲ 0 जबकि बिल्कुल डिट्टो स्टेप ने कुछ भी फर्क नहीं है बस वो माइनस ही ये माइनस नहीं है। तो मैं हजे भी कहना जी ये चैप्टर ਦੇ ਵਿੱਚ ਹਜੇ ਅੱਗੇ ਹੋਰ ਬਹੁਤ ਫਾਰਮੂਲਾਜ਼ ਨੇ ਹਜੇ ਤਾਂ ਹਜੇ ਕੁਝ ਵੀ ਨਹੀਂ ਹੈਗੇ ਹਜੇ ਹੋਰ ਵੀ ਬਹੁਤ ਫਾਰਮੂਲਾਜ਼ ਨੇ ਤੇ ਇਹਦੇ ਵਿੱਚ ਮੈਂ ਤੁਹਾਨੂੰ ਕਿਹਾ 3 ਤੋਂ ਲੈ ਕੇ 5 ਮਾਰਕਸ ਦੇ ਜਿਹੜੇ ਕੁਐਸਚਨਸ ਨੇ ਉਹ ਵੀ ਪੱਕਾ ਹੀ ਆਉਣੇ ਤਾਂ ਹੁਣ ਤੁਸੀਂ ਦੇਖੋ ਜੀ ਤੁਸੀਂ ਕਰਨੇ ਆ ਹਨਾ ਮੈਂ ਤਾਂ ਸਿਰਫ ਕੀ ਸਮਝਾ ਸਕਦਾ ਇਹਦੇ ਉੱਤੇ ਮੈਂ ਨਹੀਂ ਕੁਝ ਕਰ ਸਕਦਾ ਹੈਗਾ। ਚਲੋ ਮੈਂ ਦੁਬਾਰਾ ਲਿੰਕ ਸੈਂਡ ਕਰਦਾ ਇਹਦੇ ਨਾਲ ਤੁਹਾਨੂੰ ਗ੍ਰਾਫ ਦੇ ਅਕੋਰਡਿੰਗ ਸਮਝਾਉਣਾ ਵੀ ਪਾਵਰ ਐਵਰੇਜ ਨੂੰ ਐਕਚੁਅਲ ਚ ਅਸੀਂ ਗ੍ਰਾਫਿਕਲ ਉਹਦੀ ਰਿਪਰੈਜ਼ੈਂਟੇਸ਼ਨਸ ਕਿੱਦਾਂ ਦੇਖ ਸਕਦੇ ਹਾਂਗੇ।